ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਠੇ ਹੋਏ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਸ਼ਖਸੀਅਤ, ਉਹਨਾਂ ਦੀ ਮਹਾਨ ਦੇਣ, ਉਹਨਾਂ ਦੇ ਜੀਵਨ ਕ੍ਰਿਸ਼ਮਿਆਂ ਤੇ ਜਿਤਨੀ ਕੁ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਨਗੇ ਉਹ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਵੈਸਾਖ ਮਹੀਨੇ ਦਾ ਸਿੱਖ ਇਤਿਹਾਸ ਨਾਲ ਵਿਸ਼ੇਸ਼ ਸੰਬੰਧ ਹੈ, ਕਿਉਂਕਿ ਇਸੇ ਮਹੀਨੇ ਦੇ ਵਿੱਚ ਸਿੱਖ ਪੰਥ ਦੇ ਬਾਨੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪ੍ਰਕਾਸ਼ 15 ਅਪ੍ਰੈਲ ਸੰਨ 1469 ਨੂੰ ਹੋਇਆ। ਇਸੇ ਮਹੀਨੇ ਦੇ ਵਿੱਚ ਹੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ 21 ਅਪ੍ਰੈਲ ਸੰਨ 1621 ਨੂੰ ਹੋਇਆ। ਇਸੇ ਮਹੀਨੇ ਦੇ ਵਿੱਚ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ 15 ਅਪ੍ਰੈਲ ਸੰਨ 1563 ਈਸਵੀ ਨੂੰ, ਔਰ ਇਸੇ ਮਹੀਨੇ ਦੇ ਵਿੱਚ ਹੀ ਗੁਰੂ ਪੰਥ ਦਾ ਪ੍ਰਕਾਸ਼, ਖਾਲਸਾ ਪੰਥ ਦਾ ਪ੍ਰਕਾਸ਼ ਪਹਿਲੀ ਵਿਸਾਖ ਨੂੰ ਹੋਇਆ ਸੀ। ਸੋ ਮੈਂ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਆਤਮਾ ਤੇ ਉਹਨਾਂ ਦੀ ਪਾਵਨ ਸ਼ਖਸੀਅਤ ਦੇ ਚਸ਼ਮਦੀਦ ਗਵਾਹ ਭੱਟ ਸਾਹਿਬਾਨ ਦੇ ਵਿੱਚੋਂ ਭੱਟ ਮਥੁਰਾ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਭੱਟ ਬਾਣੀ ਦੇ ਵਿੱਚ ਪ੍ਰਮਾਣ ਕੀਤਾ ਹੈ। ਜਬ ਲੋ ਨਹੀਂ ਭਾਗ ਲਿਲਾਰ ਉਦੇ, ਤਬ ਲੋ ਭਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਠੇ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਭੱਟ ਸਾਹਿਬਾਨ ਜੋ ਚਸ਼ਮਦੀਦ ਗਵਾਹ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਸ਼ਖਸੀਅਤ ਤੇ, ਉਹਨਾਂ ਨੇ ਇਹ ਪਾਵਨ ਬਚਨ ਬਾਣੀ ਵਿੱਚ ਲਿਖੇ ਹਨ। ਕਿਉਂਕਿ ਗੁਰਬਾਣੀ ਪੰਜਾਬੀ ਦੇ ਵਿੱਚ ਹੈ, ਹਰ ਸਿੱਖ ਨੂੰ ਸਮਝ ਆ ਗਈ ਹੋਵੇਗੀ, ਪਰ ਸਾਧ ਸੰਗਤ ਮੈਂ ਬਹੁਤ ਸੰਖੇਪ ਸਮੇਂ ਦੇ ਲਈ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਖਸੀਅਤ ਬਹੁਤ ਵਿਸ਼ਾਲ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਉਹਨਾਂ ਨੂੰ ਬਿਆਨ ਕਰਨਾ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹ ਤਾਂ ਇਵੇਂ ਹੈ ਜਿਵੇਂ ਚਿੰਟੀ ਕੇ ਉਧਰ ਵਿਖੇ ਹਾਸਤੀ ਸਮਾਏ ਕੈਸੇ, ਅਤੁੱਲ ਪਹਾੜ ਭਾਰ ਭ੍ਰਿੰਗੀ ਨਾ ਉਠਾਵੇ, मच्छर के डंग से न मारते है बाशक नाग, चींटी ना मच्छर के डंग से न मारते है बाशनाग, तमचर उड़त ना पहुँचे आकाशवास। ये सारिया उदाहरणा देने तो मेरा मतलब कि जिमें एक कीड़ी हाथी नूं सबूता नहीं अपने पेट में टपा सकती, उल्लू जिहड़ा रोशनी देख ही नहीं सकता वो सोचे कि मैं सूरज के कोल जाके बह जावां, वो इस गल विच नहीं सफल हो सकता। एक चूहा जो कि नाली दे विच डुब के मर जाता है, किते सोच लवे कि समुंदर पार मैं अपने पैरों द्वारा ही मैं वैसे ही तर के कर लवांगा, नहीं कर सकता। भाई एक सिख की भी की ड्यूटी है। भाई गुरदास जी के अंत में कहते हैं कि सिख ने गुरु ते परमेश्वर के गुण गाने ने, ताकि सिख रूपी बूंद जिहड़ी है ना वो गुरु रूपी सागर दे विच समा जावे। गुरु समुंद नदी सब सिखी, नाते जिस वडियाई। सो ऐसे महान धन गुरु अर्जन देव जी महाराज का पावन प्रकाश 15 अप्रैल सन 1563 ईस्वी नूं गोबिंदवाल साहिब की पावन धरती ते
ਮਾਤਾ ਭਾਨੀ ਜੀ ਦੀ ਪਾਕ ਪਵਿੱਤਰ ਕੁੱਖ ਤੋਂ ਹੋਇਆ ਹੈ। ਔਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਨ। ਭੱਟ ਸਾਹਿਬਾਨ ਨੇ ਇਸ ਇਤਿਹਾਸਕ ਸੱਚਾਈ ਨੂੰ ਬਾਣੀ ਦੇ ਵਿੱਚ ਬਿਆਨ ਕਰਦੇ ਹੋਏ ਲਿਖਿਆ ਹੈ, ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ ਹੈ। ਮਾਤਾ ਭਾਨੀ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬੇਟੀ ਸਨ। ਇਸ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨਾਨਾ ਜੀ ਲੱਗਦੇ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਇਤਿਹਾਸ ਆਮ ਤੌਰ ਤੇ ਸਮੂਹ ਸੰਗਤਾਂ ਭਲੀ ਪ੍ਰਕਾਰ ਇਤਿਹਾਸ ਤੋਂ ਜਾਣੂ ਹਨ। ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਅੱਜ ਥੋੜ੍ਹੇ ਸਮੇਂ ਦੇ ਲਈ ਜੋ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਸ਼ਰਧਾ ਦੇ ਫੁੱਲ ਭੇਟ ਕਰਨੇ ਹਨ, ਉਹਨਾਂ ਦੀ ਮਹਾਨ ਦੇਣ ਜੋ ਹੈ ਸਿੱਖ ਇਤਿਹਾਸ ਦੇ ਵਿੱਚ, ਉਸ ਸੰਬੰਧੀ ਹੀ ਵਿਚਾਰ ਸਾਂਝੇ ਕਰੀਏ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ 28 ਅਗਸਤ ਸੰਨ 1581 ਈਸਵੀ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਗੱਦੀ ਤੇ ਜੋਗ ਜਾਣ ਕੇ ਤਖਤ ਵਹਿ ਤਖਤੇ ਕੀ ਲਾਇਕ ਦੀ ਕਸਵੱਟੀ ਤੇ ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਔਰ ਜਿਨ ਸਿਰਿਆ ਤਿਨੇ ਸਵਾਰਿਆ ਗੁਰੂ ਰਾਮਦਾਸ ਜੀ ਮਹਾਰਾਜ ਬਾਰੇ ਵਚਨ ਸਨ। ਪਰ ਪਿਤਾ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੇ ਯੋਗ ਜਾਣ ਕੇ 28 ਅਗਸਤ 1581 ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ ਔਰ ਆਪ 1 ਸਤੰਬਰ ਸੰਨ 1581 ਨੂੰ ਜੋਤੀ ਜੋਤ ਸਮਾ ਗਏ। 28 ਸਤੰਬਰ 1581 ਤੋਂ ਲੈ ਕੇ 30 ਮਈ ਸੰਨ 1606 ਈਸਵੀ ਤੱਕ ਪੂਰੇ 25 ਸਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਗੱਦੀ ਦੀ ਸੇਵਾ ਨਿਭਾਈ ਹੈ। ਇਸ ਸੇਵਾ ਦੇ ਦੌਰਾਨ ਜੋ ਦੇਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਾਰ ਨੂੰ ਦਿੱਤੀ, ਉਹ ਬਹੁਤ ਵਿਲੱਖਣ ਦੇਣ ਹੈ। ਹਰ ਪੱਖੋਂ ਕੌਮ ਦੀ ਅਗਵਾਈ ਕਰਦੇ ਹੋਏ ਜੋ ਪੂਰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਪਾਏ, ਇੱਕ ਤਾਂ ਉਹ ਸਾਰੇ ਪੂਰਨੇ, ਉਹਨਾਂ ਦੇ ਸਾਰੇ ਉਪਦੇਸ਼, ਉਹਨਾਂ ਦੀ ਸਾਰੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਹੀ ਅਸੀਂ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਸਕਦੇ ਹਾਂ। ਔਰ ਦੂਜੇ ਨੰਬਰ ਤੇ ਇਤਿਹਾਸ ਦੇ ਵਿੱਚ ਜੋ ਉਹਨਾਂ ਨੇ ਇਤਿਹਾਸਕ ਦੇਣ ਦਿੱਤੀ ਹੈ, ਉਹ ਵੀ ਲਾ ਮਿਸਾਲ ਹੈ। ਸਤ ਸੰਗਤ, ਇਹ ਗੱਲ ਯਾਦ ਰੱਖਣ ਵਾਲੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਵੱਡੀ ਦੇਣ ਜੋ ਸੰਸਾਰ ਨੂੰ ਦਿੱਤੀ, ਉਹ ਜੁਗੋ ਜੁਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਦੇਣ ਹੈ। ਦੁਨੀਆ ਦੇ ਧਰਮਾਂ ਦੇ ਵਿੱਚ, ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਹਰ ਧਰਮ ਦੇ, ਹਰ ਮਜ਼ਹਬ ਦੇ, ਹਰ ਕੌਮ ਦੇ ਆਪਣੇ ਧਾਰਮਿਕ ਗ੍ਰੰਥ ਹਨ ਜੋ ਸਾਰੇ ਹੀ ਸਤਿਕਾਰਯੋਗ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਾਵਨ ਦੇਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਮਨੁੱਖਤਾ ਦੇ ਲਈ ਹਰ ਪੱਖੋਂ ਵਿਲੱਖਣ ਅਤੇ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਨ ਵਾਲੇ ਔਰ ਹਰ ਮਨੁੱਖ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੇ ਹਨ। ਕਿਉਂਕਿ ਜਦੋਂ ਦੁਨੀਆ ਦੇ ਦੂਜੇ ਮਹਾਂਪੁਰਸ਼ਾਂ ਦੇ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਤਾਂ ਉਹਨਾਂ ਵਿੱਚ ਸੰਬੰਧਿਤ ਮਹਾਂਪੁਰਸ਼ਾਂ ਦੀ ਆਤਮਾ ਦੇ ਹੀ ਦਰਸ਼ਨ ਹੁੰਦੇ ਨੇ। ਜੇ ਬਾਈਬਲ ਪੜ੍ਹੀਏ ਤਾਂ ਕੇਵਲ ਤੇ ਕੇਵਲ ਈਸਾ ਜੀ ਦੀ ਪਾਕ ਪਵਿੱਤਰ ਆਤਮਾ ਦੇ ਦਰਸ਼ਨ ਹੋਣਗੇ। ਜੇ ਕੁਰਾਨ ਦਾ ਸਿਮਰਨ ਕਰੀਏ, ਕੇਵਲ ਤੇ ਕੇਵਲ ਹਜ਼ਰਤ ਮੁਹੰਮਦ ਸਾਹਿਬ ਦੀ ਪਾਕ ਪਵਿੱਤਰ ਆਤਮਾ ਦੇ ਦਰਸ਼ਨ ਹੋਣਗੇ। ਜੇ ਰਾਮਾਇਣ ਪੜ੍ਹੀਏ, ਰਾਮਚੰਦਰ ਜੀ ਮਹਾਰਾਜ ਦੇ ਦਰਸ਼ਨ। ਜੇ ਸ੍ਰੀਮਦ ਭਾਗਵਤ ਗੀਤਾ ਪੜ੍ਹੀਏ ਤੇ ਕੇਵਲ ਕ੍ਰਿਸ਼ਨ ਜੀ ਮਹਾਰਾਜ ਦਾ ਉਪਦੇਸ਼ ਹੀ ਸਾਡੇ ਕੰਨੀ ਪਵੇਗਾ। ਇਸੇ ਤਰ੍ਹਾਂ ਬੁੱਧ ਧਰਮ ਦੇ ਧੰਮ ਪਦ ਜਾਂ ਤ੍ਰਿਪਟਕ ਗ੍ਰੰਥ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲਾਈਟ ਆਫ ਏਸ਼ੀਆ ਮਹਾਤਮਾ ਬੁੱਧ ਜੀ ਦੀ ਆਤਮਾ ਦੇ ਹੀ ਦਰਸ਼ਨ ਹੋਣਗੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਵਿਲੱਖਣਤਾ ਹੈ ਕਿ ਉਸ ਟਾਈਮ ਅੱਜ ਤੋਂ ਸੈਂਕੜੇ ਸਾਲ ਪਹਿਲਾਂ
ਜਦੋਂ ਮਨੁੱਖ ਮਨੁੱਖ ਦਾ ਵੈਰੀ ਹੋ ਚੁੱਕਿਆ ਸੀ, ਜਦੋਂ ਹਰ ਮਨੁੱਖ ਦੂਜੇ ਨੂੰ ਨਫ਼ਰਤ ਕਰਦਾ ਸੀ, ਹਰ ਧਰਮ ਦੇ ਪੁਜਾਰੀਵਾਦ ਨੇ ਕਿਸੇ ਮਨੁੱਖ ਨੂੰ ਕਾਫਰ, ਕਿਸੇ ਨੂੰ ਮਲੇਸ਼, ਕਿਸੇ ਨੂੰ ਬ੍ਰਾਹਮਣ, ਕਿਸੇ ਨੂੰ ਖੱਤਰੀ, ਕਿਸੇ ਨੂੰ ਸ਼ੂਦਰ, ਕਿਸੇ ਨੂੰ ਵੈਸ਼ ਕਹਿ ਕੇ ਨਫ਼ਰਤ ਦੇ ਨਾਲ ਬੁਰੀ ਤਰ੍ਹਾਂ ਮਾਨਵਤਾ ਦੇ ਹਿਰਦੇ ਪਲੀਤ ਕਰ ਦਿੱਤੇ ਸਨ। ਉਸ ਸਮੇਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਸਰਬ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਸਾਰੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਵੈਸੋ ਸਭਾ ਵਿਛਾਏ। ਉਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਉਪਦੇਸ਼ ਕਿ ਰਾਹ ਦੋਵੇਂ ਇੱਕ ਜਾਣੇ ਸੋਈ ਸੁਝ ਸੀ, ਕੁਫਰ ਗੋ ਕੁਫਰਾਣੇ ਪਿਆ ਦਜ ਸੀ, ਸਭ ਦੁਨੀਆ ਸੁਭਾਨ ਸੱਚ ਸਮਾਈਏ, ਸਿੱਝੇ ਦਰ ਦੀਵਾਨ ਦਰਵੀ ਨਾਈਏ। ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜੇ ਪ੍ਰਵਾਨ ਹੋਣਾ ਹੈ ਤਾਂ ਸਭ ਮੈਂ ਜੋਤ ਜੋਤ ਹੈ ਸੋਏ, ਤੇ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਕਬੀਰ ਜੀ ਦੇ ਉਹ ਪਾਵਨ ਬਚਨ ਵੀ ਬਾਣੀ ਵਿੱਚ ਦਰਜ ਕੀਤੇ, ਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਕੋਈ ਵਿਤਕਰਾ ਨਹੀਂ ਜਾਤ ਪਾਤ ਦਾ, ਮਜ਼ਹਬ ਦਾ, ਧਰਮ ਦਾ, ਸ਼ਕਲ ਦਾ, ਸੂਰਤ ਦਾ, ਰੰਗ ਨਸਲ, ਊਚ ਨੀਚ, ਗਰੀਬ ਅਮੀਰ, ਜਾਤ ਪਾਤ ਰੰਗ ਨਸਲ ਦੇ ਸਾਰੇ ਬੰਧਨ ਤੋੜ ਕੇ ਇੱਥੇ ਉਪਦੇਸ਼ ਦਿੱਤਾ ਗਿਆ ਸੀ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਜਿਹੜਾ ਭਗਤੀ ਦਾ ਸਮੁੰਦਰ, ਬਾਣੀ ਦਾ ਅਥਾਹ ਖਜ਼ਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਾਹੀਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰਾਹੀਂ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਪਹੁੰਚ ਚੁੱਕਿਆ ਸੀ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਨਾਂ ਕਿਸੇ ਵਿਤਕਰੇ ਤੇ 35 ਮਹਾਂਪੁਰਸ਼ਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕਰਕੇ ਸਰਬ ਮਾਨਵਤਾ ਨੂੰ ਏਕ ਪਿਤਾ ਏਕ ਸਖੇ ਹਮਬਾਰਕ, ਜਾਂ ਨਾ ਕੋ ਵੈਰੀ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਇੱਥੇ ਕੋਈ ਵੋਟਾਂ ਨੂੰ ਆਧਾਰ ਬਣਾ ਕੇ ਕਸਵੱਟੀ ਨਹੀਂ ਲਾਈ ਗਈ। ਵੱਖ-ਵੱਖ ਜਾਤਾਂ ਦੇ, ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਮਜ਼ਹਬਾਂ ਦੇ ਜਿਹੜੇ ਮਹਾਂਪੁਰਸ਼ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਗਈ, ਉਹ ਕਸਵੱਟੀ ਇੱਕੋ ਹੀ ਸੀ ਕਿ ਉਹ ਇੱਕ ਅਕਾਲ ਦੇ ਪੁਜਾਰੀ ਹੋਣ, ਉਹ ਕਿਰਤ ਵਿਰਤ ਕਰਨ ਵਾਲੇ ਹੋਣ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਤਿੰਨ ਸੁਨਹਿਰੀ ਸਿਧਾਂਤ ਇਹਦੇ ਧਾਰਨੀ ਹੋਣ, ਸਾਰੀ ਮਾਨਵਤਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇਖਦੇ ਹੋਣ, ਤੇ ਉਹਨਾਂ ਦਾ ਕਿਰਦਾਰ, ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਵੇ। ਇਸ ਕਸਵੱਟੀ ਤੇ ਪਰਖ ਕੇ ਜੇ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 6 ਗੁਰੂ ਸਾਹਿਬਾਨ ਦੀ ਦਰਜ ਕੀਤੀ, ਤਾਂ 6 ਮੁਸਲਮਾਨ ਮਹਾਂਪੁਰਸ਼ਾਂ ਦੀ ਬਾਣੀ ਵੀ ਦਰਜ ਕੀਤੀ ਗਈ। 6 ਬ੍ਰਾਹਮਣ ਮਹਾਂਪੁਰਸ਼ਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਨਾਂ ਜਾਤ ਪਾਤ, ਬਿਨਾਂ ਗੋਤ ਪਾਤ ਵਿਚਾਰੇ ਦਰਜ ਕੀਤੀ ਗਈ। ਇੱਥੋਂ ਤੱਕ ਸਦੀਆਂ ਤੋਂ ਲਤਾੜੇ ਜਾ ਰਹੇ ਉਹ ਗਰੀਬ ਜਾਤਾਂ ਨਾਲ ਸੰਬੰਧਿਤ ਮਹਾਂਪੁਰਸ਼ਾਂ ਦੀ ਬਾਣੀ ਦਰਜ ਕਰਨ ਵੇਲੇ ਇਹ ਨਹੀਂ ਦੇਖਿਆ ਕਿ ਇਹਨਾਂ ਦੀ ਕੋਈ ਆਰਥਿਕ ਹਾਲਤ ਚੰਗੀ ਜਾਂ ਮੰਦੀ ਹੈ। ਇੱਥੇ ਭਗਤ ਪੀਪਾ ਜੀ ਵਰਗੇ ਰਾਜਿਆਂ ਦੀ ਬਾਣੀ ਵੀ ਦਰਜ ਹੋਈ, ਔਰ ਇੱਕ ਜੁੱਤੀਆਂ ਬਣਾਉਣ ਵਾਲੇ, ਮਰੇ ਹੋਏ ਡੰਗਰ ਢੋਣ ਵਾਲੇ, ਕੱਪੜੇ ਬੁਣਨ ਵਾਲੇ, ਕੱਪੜੇ ਛਾਪਣ ਵਾਲੇ, ਔਰ ਕੱਪੜੇ ਰੰਗਣ ਵਾਲੇ, ਕੱਪੜੇ ਸੀਵਣ ਵਾਲੇ, ਗੱਲ ਕੀ ਖੇਤੀਬਾੜੀ ਕਰਨ ਵਾਲੇ ਬਾਬਾ ਧੰਨਾ ਜੀ ਵਰਗੇ, ਔਰ ਇੱਥੋਂ ਤੱਕ ਕਿਰਤ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਗਈ। ਅੱਜ ਅਸੀਂ ਸਿੱਖ ਕਹਾਣ ਵਾਲੇ ਕਈ ਵਾਰ ਫੇਰ ਉਸੇ ਸਮੁੰਦਰ ਦੇ ਵਿੱਚ ਡਿੱਗਦੇ ਜਾ ਰਹੇ ਹਾਂ, ਜਾਤ ਪਾਤ ਦੇ ਆਧਾਰ ਤੇ, ਰੰਗ ਨਸਲ ਦੇ ਆਧਾਰ ਤੇ, ਜਾਂ ਕਿਰਤ ਨੂੰ ਦੇਖ ਕੇ ਹੀ ਨਫ਼ਰਤ ਕਰਨ ਲੱਗ ਪੈਂਦੇ ਹਾਂ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਵਾਕਿਆ ਹੀ ਉਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਸੇ ਜੋਤ ਦੇ ਮਾਲਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਜਦੋਂ ਇੱਕ ਬੱਕਰੇ ਵੱਢਣ ਵਾਲੇ
ਭਗਤ ਸਧਨਾ ਜੀ ਦੀ ਬਾਣੀ ਸਾਹਮਣੇ ਆਈ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਸਧਨਾ ਜੀ ਤੁਸੀਂ ਵੀ ਕਿਰਤ ਕਰਦੇ ਹੋ, ਤੁਸੀਂ ਵੀ ਨਾਮ ਜਪਦੇ ਹੋ, ਤੁਸੀਂ ਵੀ ਵੰਡ ਛਕਦੇ ਹੋ, ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਤੁਹਾਡੇ ਇਸ ਉੱਚੇ ਸੁੱਚੇ ਜੀਵਨ ਨੂੰ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ ਕਿ ਭਗਤ ਸਧਨਾ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੈ। ਸੋ ਇੱਕ ਝਟਕੇਈ ਦੀ ਕਿਰਤ ਕਰਨ ਵਾਲੇ ਬਾਬਾ ਸਧਨਾ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰਕੇ ਸੰਸਾਰ ਨੂੰ ਇਹ ਦੱਸ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਵਾਕਿਆ ਹੀ ਕੋਈ ਜਾਤ ਪਾਤ, ਊਚ ਨੀਚ, ਗਰੀਬ ਅਮੀਰ, ਔਰਤ ਮਰਦ ਦਾ ਵਿਤਕਰਾ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਕਿੱਡੀ ਵਿਸ਼ਾਲ ਦੇਣ ਹੈ। ਸ਼ਾਇਦ ਇਸੇ ਨੂੰ ਦੇਖ ਕੇ ਹੀ ਦੁਨੀਆ ਦੇ ਵੱਡੇ ਵੱਡੇ ਫਿਲਾਸਫਰ, ਦੁਨੀਆ ਦੇ ਵੱਡੇ ਵੱਡੇ ਰਹਿਬਰ, ਦੁਨੀਆ ਦੇ ਮੰਨਣਹਾਰੇ, ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਇਹ ਚੋਣ ਦੇਖੀ ਕਿ ਕੇਵਲ ਇੱਕ ਕਸਵੱਟੀ, ਉਹ ਕਸਵੱਟੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚ ਕਿ ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਅਦਰੋ ਧਿਆਨ ਪ੍ਰਮੀਨਾ, ਮਿੱਤਰ ਨਾ ਇਠ ਤਨ ਰੂਪਹੀਨ ਕੀ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਵੀ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਜੇ ਉਹ ਪ੍ਰਮਾਤਮਾ ਦੇ ਨਾਮ ਨਾਲ ਆਪ ਜੁੜ ਕੇ ਬਾਕੀਆਂ ਨੂੰ ਵੀ ਜੋੜ ਰਿਹਾ ਹੈ ਤਾਂ ਉਹ ਸਮਝੋ ਉਹ ਪ੍ਰਮਾਤਮਾ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਹੈ। ਅਸੀਂ ਜਦੋਂ ਆਪਣੇ ਪੁਰਾਤਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਹੈਰਾਨੀ ਹੁੰਦੀ ਹੈ ਕਿ ਸ਼ੂਦਰ ਕਹਿ ਜਾਣ ਵਾਲੇ ਲੋਕਾਂ ਦੇ ਉੱਤੇ ਕਿੰਨੀਆਂ ਪਾਬੰਦੀਆਂ ਆਇਦ ਕੀਤੀਆਂ ਗਈਆਂ। ਉਹ ਨਾਮ ਨਹੀਂ ਜਪ ਸਕਦੇ, ਜੇ ਨਾਮ ਜਪ ਲਿਆ ਤੇ ਜੀਭ ਕੱਟ ਦਿੱਤੀ ਜਾਵੇ, ਜੇ ਨਾਮ ਸੁਣ ਲਿਆ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਵੇ। ਕੋਈ ਖੁਦਾ ਕਹਿੰਦਾ ਏ ਤੇ ਰਾਮ ਕਹਿਣ ਵਾਲੇ ਉਸਦੇ ਦੁਸ਼ਮਣ ਅੱਜ ਵੀ ਮਿਲ ਜਾਂਦੇ ਨੇ। ਕੋਈ ਰਾਮ ਕਹਿੰਦਾ ਹੈ ਤਾਂ ਖੁਦਾ ਕਹਿਣ ਵਾਲਿਆਂ ਦੇ ਦੁਸ਼ਮਣ ਅੱਜ ਵੀ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਪਰ ਉਸ ਵਕਤ ਬਾਬਾ ਰਵਿਦਾਸ ਜੀ ਨੇ ਡੰਕੇ ਦੀ ਚੋਟ ਨਾਲ ਬਨਾਰਸ ਦੀ ਧਰਤੀ ਤੇ ਜਾਤ ਮਾਨੀ ਲੋਕਾਂ ਨੂੰ ਜੋ ਚੈਲੰਜ ਕੀਤਾ ਸੀ ਕਿ ਆਪਨ ਬਾਪੈ ਨਾਹੀ ਕਿਸੇ ਕੋ, ਭਾਵਨ ਕੋ ਹਰ ਰਾਜਾ, ਵੀ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਕਿਸੇ ਦੇ ਬਾਪ ਦੀ ਜਰ ਖਰੀਦ ਨਹੀਂ। ਉਹ ਤਾਂ ਸੱਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਇਓ। ਬਾਬਾ ਰਵਿਦਾਸ ਜੀ ਦੀ ਬਾਣੀ ਵਿੱਚ ਇਹ ਪਾਵਨ ਬਚਨ ਵੀ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਕੋਲ ਦਰਜ ਕਰ ਲਏ ਸਨ। ਕਿਤਨਾ ਵੱਡਾ ਇਨਕਲਾਬ ਸੀ। ਨਹੀਂ ਤਾਂ ਸਾਡੇ ਹਿੰਦੁਸਤਾਨ ਦੇ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੈ ਬ੍ਰਾਹਮਣ ਮਰਦ ਹੋਵੇ ਤੇ ਸ਼ੂਦਰ ਔਰਤ ਹੋਵੇ, ਉਸ ਦੀਆਂ ਲੜਕੀਆਂ ਦੀਆਂ ਲੜਕੀਆਂ, ਲੜਕੀਆਂ ਦੀਆਂ ਲੜਕੀਆਂ, ਲੜਕੀਆਂ ਦੀਆਂ ਲੜਕੀਆਂ 7 ਪੁਸ਼ਤਾਂ ਤੱਕ ਬ੍ਰਾਹਮਣ ਨਾਲ ਹੀ ਵਿਆਹ ਕਰਾਉਂਦੀਆਂ ਰਹਿਣ ਤਾਂ 8ਵੀਂ ਪੁਸ਼ਤ ਜਾ ਕੇ ਸ਼ੁੱਧ ਬ੍ਰਾਹਮਣ ਬਣ ਜਾਂਦੀ ਹੈ। ਇੱਥੇ ਮਤੰਗਾ ਰਿਸ਼ੀ ਵਰਗਿਆਂ ਨੂੰ ਕੇਵਲ ਇਸੇ ਗੱਲ ਤੇ ਕਤਲ ਕਰਨ ਦੀਆਂ ਪੁਜਾਰੀਵਾਦ ਨੇ ਕਹਾਣੀਆਂ ਕਰ ਦਿੱਤੀਆਂ ਕਿ ਉਹ ਸ਼ੂਦਰ ਸਨ, ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਸਨ ਤੇ ਸਮੇਂ ਦੇ ਸੰਬੰਧਿਤ ਅਵਤਾਰਾਂ ਨੇ ਆਪ ਜਾ ਕੇ ਉਹਨਾਂ ਦਾ ਕਤਲ ਕੀਤਾ। ਪਰ ਜਦੋਂ ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ ਸੀ, ਸੱਚੇ ਪਾਤਸ਼ਾਹ ਸਾਡੇ ਨਾਲ ਇਹ ਸਲੂਕ ਹੋ ਰਿਹਾ ਹੈ, ਤਾਂ ਗੁਰੂ ਪਾਤਸ਼ਾਹ ਨੇ ਕਿਹਾ ਸੀ ਜੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹੋ ਤੇ ਉੱਚਾ ਸੁੱਚਾ ਆਚਰ ਰੱਖ ਕੇ ਕਿਰਤ ਕਰਦਿਆਂ, ਨਾਮ ਜਪਦਿਆਂ ਪਰਮਾਤਮਾ ਨੂੰ ਯਾਦ ਕਰੋ, ਮਨੁੱਖਤਾ ਨੂੰ ਪਿਆਰ ਕਰੋ ਤੇ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਲਈ ਕੀ ਹਾਜ਼ਰ ਕਰਦੇ ਨੇ, ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ, ਨਾਨਕ ਪੜੀਆਂ ਪਹਿਰੇ ਸੋਏ। ਵੀ ਜੇ ਵੱਡੀ ਜਾਤ ਦਾ ਪਰਮਾਤਮਾ ਦਾ ਭਗਤ ਹੈ ਉਹਦਾ ਤਾਂ ਕਹਿਣਾ ਹੀ ਕੀ ਹੈ। ਜੇ ਕੋਈ ਛੋਟੀ ਜਾਤ ਦਾ ਪਰਮਾਤਮਾ ਦਾ ਭਗਤ ਪੈਦਾ ਹੋ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਖੱਲ ਦੇ ਮੋਜੜੇ ਉਹਦੇ ਲਈ ਹਾਜ਼ਰ ਨੇ। ਅੱਜ ਸਦੀਆਂ ਤੋਂ ਲਤਾੜੇ ਜਾ ਰਹੇ ਲੋਕਾਂ ਦੇ ਨਾਲ ਕੇਵਲ ਪੰਜਾਬ ਦੀ ਧਰਤੀ ਤੇ 75% ਠੀਕ ਵਿਵਹਾਰ ਹੋ ਰਿਹਾ ਹੈ, ਨਹੀਂ ਤਾਂ ਪੰਜਾਬ ਤੋਂ ਬਾਹਰ ਜਾ ਕੇ ਦੇਖ ਲਓ, ਅੱਜ ਵੀ ਉਹੀ ਕੁਛ ਹੈ ਜੋ ਅੱਜ ਤੋਂ 500 ਸਾਲ ਪਹਿਲਾਂ ਸੀ। ਪਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ। ਤਾਂ ਹੀ ਤਾਂ ਸ਼ਾਇਦ ਡਾਕਟਰ ਅੰਬੇਦਕਰ ਜੀ ਨੇ ਐਲਾਨ ਕਰ ਦਿੱਤਾ ਸੀ ਜਦੋਂ ਇੱਕ ਵਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆਏ ਤੇ ਉਹਨਾਂ ਨੇ ਆ ਕੇ ਤੱਕਿਆ, ਜਿੱਥੇ ਛਬੀਲ ਪੀਤੀ ਕੋਈ ਨਫ਼ਰਤ ਨਹੀਂ, ਉਸੇ ਬਾਟੇ ਦੇ ਵਿੱਚ ਛਬੀਲ ਛਕ ਲਈ।
ਉਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਅਧਿਕਾਰ ਦੇਖਿਆ। ਅੰਦਰ ਗਏ ਤੇ ਉੱਥੇ ਬਾਬਾ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਸ਼ਬਦ ਵੀ ਸੁਣ ਕੇ ਹੈਰਾਨ ਹੋ ਗਏ। ਤੇ ਲੰਗਰ ਗਏ ਤੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਡਾਕਟਰ ਅੰਬੇਦਕਰ ਜੀ, ਜਿਨ੍ਹਾਂ ਦਾ ਅੱਜ ਜਨਮ ਦਿਨ ਵੀ ਹਿੰਦੁਸਤਾਨ ਦੀ ਧਰਤੀ ਤੇ ਮਨਾਇਆ ਜਾ ਰਿਹਾ, ਉਸ ਵੇਲੇ ਗੱਲ ਆਖੀ ਸੀ, ਮੈਂ ਜਿਸ ਧਰਮ ਵਿੱਚ ਪੈਦਾ ਹੋਇਆ ਹਾਂ, ਮੇਰੇ ਨਾਲ ਬੜੇ ਵਿਤਕਰੇ ਹੋਏ ਨੇ, ਮੈਂ ਉਹ ਧਰਮ ਨੂੰ ਤਿਆਗ ਦੇਣਾ ਚਾਹੁੰਦਾ ਹਾਂ। ਪਰ ਜਿਵੇਂ ਉਹਨਾਂ ਨੇ ਖਾਹਿਸ਼ ਆਪਣੀ ਪ੍ਰਗਟ ਕੀਤੀ ਤੇ ਸਾਡੇ ਦੇਸ਼ ਦੇ ਜਾਤ ਮਾਨੀ ਲੀਡਰਾਂ ਨੇ ਉਸ ਵੇਲੇ ਆਪਣੀਆਂ ਅਖਬਾਰਾਂ ਦੇ ਵਿੱਚ ਇੱਕ ਤੂਫਾਨ ਖੜਾ ਕਰ ਦਿੱਤਾ ਕਿ ਤੁਸੀਂ ਇਹ ਕੁਛ ਨਾ ਬਣੋ। ਫਿਰ ਉਹਨਾਂ ਨੇ ਇੱਕ ਸ਼ਰਤ ਲਾਈ ਸੀ ਕਿ ਮੈਂ ਧਰਮ ਨਹੀਂ ਤਿਆਗਾਂਗਾ, ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਕੀ ਹੈ ਕਿ ਸਾਡੇ ਸ਼ੂਦਰਾਂ ਦੇ ਵਿੱਚੋਂ ਕਿਸੇ ਇੱਕ ਸ਼ੂਦਰ ਨੂੰ ਆਪਣਾ ਆਚਾਰੀਆ ਮੰਨ ਲਵੋ। ਵੱਡੀ ਜਾਤ ਦੇ ਲੋਕ ਖੜੇ ਹੋ ਕੇ ਰੋਜ਼ਾਨਾ ਸਵੇਰ ਵੇਲੇ ਉੱਠ ਕੇ ਉਹਨੂੰ ਨਮਸਕਾਰ ਕਰਨ। ਜੇ ਇਹ ਸ਼ਰਤ ਮੰਨ ਲਓਗੇ ਤਾਂ ਮੈਂ ਕਦੇ ਵੀ ਤੁਹਾਡਾ ਧਰਮ ਨਹੀਂ ਤਿਆਗਾਂਗਾ। ਪਰ ਸਮੇਂ ਦੇ ਲੀਡਰਾਂ ਨੇ ਉਸ ਵੇਲੇ ਇਹ ਗੱਲ ਕਹਿ ਦਿੱਤੀ ਕਿ ਡਾਕਟਰ ਸਾਹਿਬ, ਸ਼ੂਦਰ ਨੂੰ ਕਿਸ ਨੇ ਮੱਥਾ ਟੇਕਣਾ ਹੈ? ਕੌਣ ਤੁਹਾਡੀ ਗੱਲ ਮੰਨੇਗਾ? ਤੁਸੀਂ ਸਾਡੀ ਬੇਨਤੀ ਮੰਨੋ, ਧਰਮ ਨਾ ਤਿਆਗੋ। ਜੇ ਬਣਨਾ ਹੀ ਹੈ ਤਾਂ ਕੋਈ ਹੋਰ ਧਰਮ ਅਪਣਾ ਲਓ, ਪਰ ਜਿਸ ਧਰਮ ਦਾ ਤੁਸੀਂ ਫੈਸਲਾ ਕੀਤਾ ਸਿੱਖ ਧਰਮ ਵਿੱਚ ਸ਼ਾਮਲ ਹੋਣਾ, ਇਹਨੂੰ ਤਿਆਗ ਦਿਓ। ਆਪਣੀਆਂ ਅਖਬਾਰਾਂ ਦੇ ਵਿੱਚ ਉਹਨਾਂ ਨੇ ਤੂਫਾਨ ਖੜਾ ਕੀਤਾ। ਭਾਵੇਂ ਡਾਕਟਰ ਅੰਬੇਦਕਰ ਜੀ ਉਸ ਵੇਲੇ ਸਿੱਖ ਬਣਨ ਦੇ ਲਈ ਮਜਬੂਰ ਹੋ ਗਏ ਕਿ ਉਹ ਨਹੀਂ ਬਣ ਸਕੇ, ਪਰ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਆਪਣੇ ਭਾਈਚਾਰੇ ਤੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਨੇ ਸ਼ਰਤ ਲਾਈ ਸੀ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਰਵਿਦਾਸ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ। 7 ਅਕਤੂਬਰ 1708 ਈਸਵੀ ਨੂੰ ਜਦੋਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਨੇ, ਸਿੱਖਾਂ ਨੇ ਪੁੱਛ ਕੀਤੀ, ਸੱਚੇ ਪਾਤਸ਼ਾਹ, ਪੰਥ ਨੂੰ ਕਿਸ ਦੇ ਲੜ ਲਾ ਚੱਲਿਓ? ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਕੇ ਸੱਚੇ ਪਾਤਸ਼ਾਹ ਨੇ ਮਾਨੋ ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ, ਬਾਬਾ ਸਦਨਾ ਜੀ, ਬਾਬਾ ਸੈਨ ਜੀ ਵਰਗੇ ਮਹਾਂਪੁਰਸ਼ਾਂ ਨੂੰ, ਬਾਬਾ ਰਵਿਦਾਸ ਜੀ ਵਰਗਿਆਂ ਨੂੰ ਸਤਿਗੁਰੂ ਹੋਣ ਦਾ ਮਾਣ ਬਖਸ਼ ਦਿੱਤਾ। ਅੱਜ ਜਦੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕਿਸੇ ਵੀ ਮਹਾਂਪੁਰਸ਼ ਦਾ ਹੁਕਮਨਾਮਾ ਆਉਂਦਾ ਹੈ ਤੇ ਸਿੱਖ ਇਹ ਨਹੀਂ ਕਹਿੰਦੇ ਰਵਿਦਾਸੀਆਂ ਦਾ ਹੁਕਮਨਾਮਾ ਰਵਿਦਾਸੀਆਂ ਵਾਸਤੇ, ਇਹ ਨਹੀਂ ਕਹਿੰਦੇ ਧੰਨਾ ਜੀ ਦਾ ਸ਼ਬਦ ਆਇਆ ਜੱਟਾਂ ਵਾਸਤੇ, ਇਹ ਨਹੀਂ ਕਹਿੰਦੇ ਕਿ ਇਹ ਸ਼ਬਦ ਭਗਤ ਸਦਨਾ ਜੀ ਦਾ ਕਸਾਈਆਂ ਵਾਸਤੇ ਜਾਂ ਇਨਾਈਆਂ ਵਾਸਤੇ, ਬਲਕਿ ਸਿੱਖ ਜਦੋਂ ਇਹ ਸੁਣਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਜਾਂ ਬਾਬਾ ਰਵਿਦਾਸ ਜੀ ਦਾ, ਬਾਬਾ ਕਬੀਰ ਜੀ ਦਾ ਕਿਸੇ ਦਾ ਸ਼ਬਦ ਸੁਣਦੇ ਨੇ ਹੁਕਮਨਾਮੇ ਦੇ ਰੂਪ ਵਿੱਚ ਤੇ ਹੱਥ ਜੋੜ ਕੇ ਸਿਰ ਨਿਵਾਉਂਦੇ ਨੇ। ਅੱਜ ਸੱਚੇ ਪਾਤਸ਼ਾਹ ਦਾ ਇਹ ਹੁਕਮ ਆਇਆ ਹੈ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਿਸ਼ੇਸ਼ ਦੇਣ ਸੀ। ਵਿਸਾਖੀ ਵਾਲੇ ਦਿਨ ਹੀ 5 ਪਿਆਰਿਆਂ ਚੋਂ 4 ਸ਼ੂਦਰ ਸਨ। ਉਹਨਾਂ ਦੇ ਪਾਸੋਂ ਅੰਮ੍ਰਿਤ ਪਾਨ ਕਰਕੇ ਮੈਂ ਪ੍ਰਗਟਿਓ ਮਰਦ ਗੰਬੜਾ ਵਰਿਆਮ ਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਜਦੋਂ ਗੁਰਗੱਦੀ ਚਮਕੌਰ ਦੀ ਗੜੀ ਦੇ ਵਿੱਚ ਪੁਸ਼ਾਕ ਪਹਿਨਾਣੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਵੀ ਬਾਬਾ ਸੰਗਤ ਸਿੰਘ ਨੂੰ ਮਾਨਤਾ ਦਿੱਤੀ, ਕਿਉਂਕਿ ਪਹਿਲੇ ਜਾਮੇ ਦਾ ਇਹ ਵਾਅਦਾ ਕੀਤਾ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕੈ ਰੀਸ, ਜਿੱਥੇ ਨੀਚ ਸੰਭਾਲਿਆ ਤਿੱਥੇ ਨਦਰ ਤੇਰੀ ਬਖਸ਼ੀਸ਼। ਸੋ ਖਾਲਸਾ ਜੀ, ਮੈਂ ਸਮੂਹ ਹਿੰਦੁਸਤਾਨ ਦੇ ਗਰੀਬ ਭਾਈਚਾਰੇ ਨੂੰ, ਸਦੀਆਂ ਤੋਂ ਲਤਾੜੇ ਜਾ ਰਹੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਜੇ ਦੇਸ਼ ਦੀ ਏਕਤਾ ਤੇ ਅਖੰਡਤਾ ਚਾਹੁੰਦੇ ਹੋ, ਜੇ ਅਣਖ ਇੱਜ਼ਤ ਗੈਰਤ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਜਾਓ। ਜੋ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਰਬ ਮਾਨਵਤਾ ਨੂੰ
ਬਰਾਬਰ ਦਾ ਸੰਦੇਸ਼ ਦਿੰਦੇ ਨੇ। ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਦੇਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪਾਦਨਾ ਕਰਨੀ ਤੇ ਸਿੱਖ ਕੌਮ ਦੇ ਲਈ ਇੱਕ ਐਸੇ ਰਹਿਬਰ ਦੇ ਲੜ ਲਾ ਦੇਣਾ ਜਿਹਨੇ ਸੰਸਾਰ ਤੋਂ ਕਦੇ ਨਹੀਂ ਜਾਣਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਭ ਤੋਂ ਵੱਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਔਰ ਜੇ ਦੂਜੇ ਨੰਬਰ ਤੇ ਦੇਖਣਾ ਹੋਵੇ ਤਾਂ ਜਾਤ ਪਾਤ ਤੇ ਮਨੁੱਖਤਾ ਵਿੱਚ ਪਏ ਹੋਏ ਕਲੇ ਕਲੇਸ਼ਾਂ ਨੂੰ ਮਿਟਾਉਣ ਦੇ ਵਾਸਤੇ ਜੋ ਇੱਕ ਸਾਂਝਾ ਸਥਾਨ ਦਿੱਤਾ। ਦੁਨੀਆ ਦੇ ਵਿੱਚ ਹਰ ਧਰਮ ਦੇ ਆਪਣੇ ਆਪਣੇ ਸਥਾਨ ਹਨ, ਪਰ ਯਾਦ ਰੱਖਣਾ ਗੁਰੂ ਪਿਆਰਿਓ ਕਿ ਐਸੇ ਅਸਥਾਨ ਵੀ ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ 77 ਐਸੇ ਮੰਦਰ ਹਨ ਜਿਨ੍ਹਾਂ ਦੇ ਮੁੱਖ ਦੁਆਰ ਦੇ ਉੱਤੇ ਸਪੋਕਸਮੈਨ ਦੀ ਖਬਰ ਦੇ ਮੁਤਾਬਕ ਅੱਜ ਵੀ ਲਿਖਿਆ ਹੋਇਆ ਹੈ ਇੱਥੇ ਸ਼ੂਦਰ ਪ੍ਰਵੇਸ਼ ਨਹੀਂ ਕਰ ਸਕਦਾ। ਸ਼ੂਦਰ ਦੀ ਗੱਲ ਛੱਡੋ, ਜੇ ਦੇਸ਼ ਦੀ ਪ੍ਰਧਾਨ ਮੰਤਰੀ 7 ਪੁਰੀਆਂ ਵਿੱਚੋਂ ਇੱਕ ਪੁਰੀ ਵਿੱਚ ਜਾਣਾ ਚਾਹੁੰਦੀ ਹੈ ਤੇ ਪਾਂਡੇ ਉਸ ਦਾ ਰਾਹ ਰੋਕ ਦਿੰਦੇ ਨੇ। ਸਾਰੀ ਜ਼ਿੰਦਗੀ ਮਿੰਨਤਾਂ ਕਰਦੀ ਰਹੀ ਸ਼੍ਰੀਮਤੀ ਇੰਦਰਾ ਗਾਂਧੀ, ਪਰ ਜਗਨਨਾਥਪੁਰੀ ਦੇ ਵਿੱਚੋਂ ਪ੍ਰਵੇਸ਼ ਨਹੀਂ ਕਰ ਸਕੀ। ਇਹ ਪ੍ਰਤੱਖ ਹੈ, ਸਾਰਾ ਮੀਡੀਆ ਇਸ ਗੱਲ ਦੀ ਗਵਾਹੀ ਭਰਦਾ ਹੈ। ਤੇ ਦੂਜੇ ਪਾਸੇ ਜੋ ਸਾਡੇ ਭਾਈਚਾਰੇ ਦਾ ਕੇਂਦਰੀ ਸਥਾਨ ਹੈ ਉੱਥੇ ਗੈਰ ਮੁਸਲਮਾਨ ਨਹੀਂ ਜਾ ਸਕਦਾ। ਜੇ ਗਏ ਤਾਂ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਉੱਥੇ ਜਾ ਸਕੇ। ਡੰਕੇ ਦੀ ਚੋਟ ਨਾਲ ਉੱਥੇ ਉਪਦੇਸ਼ ਦਿੱਤਾ ਸੀ ਕਿ ਉਹ ਖੁਦਾ ਅੱਲਾਹ ਤਾਲਾ ਤਾਂ ਸਾਡੇ ਸਾਰਿਆਂ 'ਚ ਵਸਦਾ। ਖੈਰ, ਬਗਦਾਦ ਦੇ ਵਿੱਚ ਇੱਕ ਸੋਨੇ ਦੀ ਮਸਜਿਦ ਹੈ, ਉੱਥੇ ਗੈਰ ਮੁਸਲਮਾਨ ਨਹੀਂ ਜਾ ਸਕਦੇ। ਇੱਕੋ ਇੱਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਜਿੱਥੇ ਜੋ ਵੀ ਆ ਗਿਆ, ਇੱਥੇ ਅਗਰ ਕੋਈ ਸੰਨਿਆਸੀ ਸਾਧੂ ਵੈਸ਼ਨਵ ਸਾਧੂ ਆਇਆ ਤੇ ਉਹਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਸਵਰਗ ਤੇ ਬੈਕੁੰਠ ਨੂੰ ਦਰਬਾਰ ਸਾਹਿਬ ਦੇ ਨਾਲ ਤੁਲਨਾ ਕੀਤੀ। ਇੱਕ ਤੱਕੜੀ ਲੈ ਕੇ ਉਸ ਤੱਕੜੀ ਦੇ ਵਿੱਚ ਇੱਕ ਪਾਸੇ ਸ਼੍ਰੀ ਦਰਬਾਰ ਸਾਹਿਬ ਟਿਕਾ ਦਿੱਤਾ ਔਰ ਦੂਜੇ ਪਾਸੇ ਬੈਕੁੰਠ ਟਿਕਾ ਦਿੱਤਾ, ਤੇ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ, ਜਿਹੜਾ ਹਲਕਾ ਸੀ ਸਵਰਗ ਉਹ ਆਕਾਸ਼ ਵਿੱਚ ਉੱਡ ਗਿਆ, ਕਿਤੇ ਦਿਖਾਈ ਹੋਈ ਨਹੀਂ ਦਿੱਤਾ। ਇਸ ਲਈ ਸਵਰਗ ਦੇ ਬਰਾਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਇੱਕ ਪ੍ਰਤੱਖ ਮਿਸਾਲ ਹੈ ਕਿ ਇੱਥੇ ਹਰ ਕਿਸੇ ਨੂੰ ਜੀਵਾਂ ਆਖਿਆ ਜਾਂਦਾ ਹੈ। ਜੇ ਘਾਣਾ ਦੇ ਵਿਦੇਸ਼ ਮੰਤਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਆਏ ਨੇ, ਅੰਦਰ ਗਏ, ਉੱਥੇ ਸਿਆਣੇ ਰਾਗੀ ਸਿੰਘ ਬੈਠੇ ਹੋਏ ਸਨ ਜਿਨ੍ਹਾਂ ਨੇ ਉਹਨਾਂ ਦੀ ਭਾਸ਼ਾ, ਉਹਨਾਂ ਦੀ ਸ਼ਕਲ ਦੇਖ ਕੇ ਸ਼ਬਦ ਲਾ ਦਿੱਤਾ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਬ ਤੂੰ ਵੈ ਪਰਵਦਗਾਰ। ਤੇ ਨਾਲ ਬਾਬਾ ਫਰੀਦ ਜੀ ਦੇ ਪਾਵਨ ਬਚਨ, ਫਰੀਦਾ ਬੇਨਿਵਾਜਾ ਕੁੱਤੇ ਆਏ ਨਾ ਭਲੀ ਰੀਤ, ਕਭੀ ਚਲਣਾ ਆਇਆ ਪੰਜੇ ਵਕਤ ਮਸੀਤ। ਉਹ ਘਾਣਾ ਦੇ ਵਿਦੇਸ਼ ਮੰਤਰੀ ਇਤਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਦੇਸ਼ ਵਿੱਚ ਕਿਸੇ ਨਿਹੰਗ ਸਿੰਘ ਨੇ ਨਿਸ਼ਾਨ ਸਾਹਿਬ ਉੱਚਾ ਚਲਾ ਦਿੱਤਾ, ਸਿੱਖਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ। ਉਹਨੇ ਜਾ ਕੇ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ ਆਖਿਆ ਕਿ ਮੈਂ ਅੱਜ ਹਿੰਦੁਸਤਾਨ ਦੀ ਧਰਤੀ ਤੇ ਇੱਕ ਫਰਿਸ਼ਤਿਆਂ ਦੀ ਕੌਮ ਦੇਖ ਕੇ ਆਇਆ ਹਾਂ, ਜਿੱਥੇ ਸਾਡੀ ਭਾਸ਼ਾ ਅਪਣਾਈ ਗਈ, ਉਸੇ ਬਾਣੀ ਵਿੱਚ ਕੀਰਤਨ ਹੋ ਰਿਹਾ ਸੀ ਔਰ ਉੱਥੇ ਹੀ ਨਿਵਾਜ਼ ਦੀ ਗੱਲ ਕੀਤੀ, 5 ਵਕਤ ਨਿਵਾਜ਼ ਦੀ ਗੱਲ ਕੀਤੀ ਜਾ ਰਹੀ ਸੀ। ਜਾ ਕੇ ਆਪਣੇ ਦੇਸ਼ ਵਿੱਚੋਂ ਸਿੱਖਾਂ ਤੇ ਲਾਈ ਹੋਈ ਪਾਬੰਦੀ ਹਟਾ ਦਿੱਤੀ। ਜੇ ਪ੍ਰਿੰਸ ਚਾਰਲਸ ਤੇ ਲੇਡੀ ਡਿਆਨਾ ਵਿਸ਼ਵ ਸੁੰਦਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਏ ਤੇ ਉਸ ਵੇਲੇ ਗਾਈਡ ਨੇ ਪੁੱਛ ਕੀਤੀ ਸੀ, ਪੱਤਰਕਾਰਾਂ ਨੇ ਪੁੱਛ ਕੀਤੀ, ਤੁਸੀਂ ਤਾਜ ਮਹਿਲ ਦੇ ਦਰਸ਼ਨ ਕਰਕੇ ਵੀ ਆਏ ਹੋ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਕੀਤੇ ਨੇ, ਕਿ ਦੋਨਾਂ ਦੇ ਵਿੱਚ ਕੋਈ ਅੰਤਰ ਮਹਿਸੂਸ ਹੋਇਆ? ਕਹਿੰਦੇ ਨੇ ਪ੍ਰਿੰਸ ਚਾਰਲਸ ਨੇ ਇੱਕ ਗੱਲ ਕਹੀ ਸੀ ਕਿ ਤਾਜ ਮਹਿਲ ਮੌਤ ਹੈ, ਕਿਉਂਕਿ ਉੱਥੇ 2 ਮੁਰਦਿਆਂ ਦੀ ਯਾਦ ਵਿੱਚ, ਔਰ ਤੀਜੀ ਗੱਲ ਕੋਈ ਨਹੀਂ। ਤਾਜ ਮਹਿਲ ਮੌਤ ਹੈ ਪਰ ਹਰਮੰਦਰ ਜ਼ਿੰਦਗੀ ਹੈ, ਇੱਥੇ ਆ ਕੇ ਮੁਰਦਿਆਂ ਨੂੰ ਵੀ ਜੀਵਨ ਪ੍ਰਦਾਨ ਹੁੰਦਾ ਹੈ। ਇਹ ਵਿਚਾਰ ਪ੍ਰਿੰਸ ਚਾਰਲਸ ਨੇ ਦਿੱਤੇ ਸਨ। ਕਹਿੰਦੇ ਨੇ ਘੁੰਮਦੇ ਘੁਮਾਉਂਦੇ
ਸਾਈਂ ਬੁੱਲੇ ਸ਼ਾਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ। ਉਹਨਾਂ ਨੇ ਦੇਖਿਆ ਕਿ ਇੱਥੇ ਵੀ ਸ਼ਾਇਦ ਮੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਹੋਏਗਾ ਜਿਸ ਤਰ੍ਹਾਂ ਦਾ ਵਿਵਹਾਰ ਸਾਡੇ ਪੁਜਾਰੀ ਸਾਡੇ ਧਾਰਮਿਕ ਸਥਾਨਾਂ ਵਿੱਚ ਸਾਡੇ ਗੈਰ ਧਰਮੀਆਂ ਨਾਲ ਕਰਦੇ ਨੇ। ਤੇ ਕਿਸੇ ਨੇ ਪੁੱਛ ਕੀਤੀ, ਸਾਈਂ ਜੀ ਸਿੱਖਾਂ ਦੇ ਗੁਰਦੁਆਰੇ ਆਏ ਹੋ, ਕੀ ਤੱਕਿਆ ਹੈ? ਬੜੀ ਮਸ਼ਹੂਰ ਕਵਿਤਾ ਆਮ ਰਾਗੀ ਢਾਡੀ ਪ੍ਰਚਾਰਕ ਤੁਸੀਂ ਸੁਣਦੇ ਹੀ ਹੋਵੋਗੇ। ਉਹਨਾਂ ਨੇ ਇੱਕ ਗੱਲ ਕਹੀ ਸੀ, ਕਮਾਲ ਹੋ ਗਈ। ਇੱਟ ਖੜਕੇ ਦੁੱਕੜ ਵੱਜੇ ਨਾਲੇ ਤਪੈ ਚੁੱਲ੍ਹਾ। ਇੱਥੇ ਕਾਰ ਸੇਵਾ ਵੀ ਹੋ ਰਹੀ, ਇੱਟਾਂ ਦੀ ਆਵਾਜ਼ ਵੀ ਆ ਰਹੀ ਹੈ, ਦੁੱਕੜ ਮੈਨੇ ਇੱਥੇ ਤਬਲਾ ਵੀ ਖੜਕ ਰਿਹਾ, ਦੂਜੇ ਪਾਸੇ ਲੰਗਰ ਵੀ ਚੱਲੇ ਹੋਏ ਨੇ। ਇੱਟ ਖੜਕੇ ਦੁੱਕੜ ਵੱਜੇ ਨਾਲੇ ਤਪੈ ਚੁੱਲ੍ਹਾ, ਸਾਰੀਆਂ ਸੰਗਤਾਂ ਛਕ ਛਕ ਜਾਵਣ, ਲੰਗਰ ਚੱਲੇ ਖੁੱਲ੍ਹਾ, ਨਾਲੇ ਮੇਰਾ ਅੱਲਾ ਰਾਜੀ ਨਾਲੇ ਰਾਜੀ ਬੁੱਲਾ। ਉਹ ਸੰਸਾਰ ਦੇ ਲੋਕੋ, ਇੱਥੇ ਤਾਂ ਖੁਦਾ ਵੀ ਖੁਸ਼ ਹੈ ਤੇ ਖੁਦਾ ਦੇ ਬੰਦੇ ਵੀ ਖੁਸ਼ ਹਨ, ਕਿਉਂਕਿ ਇੱਥੇ ਕਿਸੇ ਨਾਲ ਵਿਤਕਰਾ ਨਹੀਂ। ਇੱਥੇ ਹਰ ਕੋਈ ਆ ਕੇ ਕੜਾ ਪ੍ਰਸ਼ਾਦ ਲੈ ਸਕਦਾ ਹੈ, ਸੰਗਤ ਪੰਗਤ ਵਿੱਚ ਬੈਠ ਸਕਦਾ ਹੈ, ਇੱਥੇ ਸੇਵਾ ਕਰ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ, ਖੁਦਾ ਦੀ ਬੰਦਗੀ ਕਰਨ ਦਾ ਹਰ ਕਿਸੇ ਨੂੰ ਅਧਿਕਾਰ ਹੈ। ਐਸਾ ਲਾਸਾਨੀ ਅਸਥਾਨ ਚਾਰੇ ਦਰਵਾਜ਼ੇ ਜਿਹਦੇ ਹਰ ਵੇਲੇ ਖੁੱਲ੍ਹੇ ਨੇ, ਸੱਚਖੰਡ ਸ੍ਰੀ ਦਰਬਾਰ ਸਾਹਿਬ। ਔਰ ਜਿਹਦੀ ਨੀਂਹ ਵੀ ਉਸ ਵੇਲੇ ਜਦੋਂ ਇੱਦਾਂ ਦੀ ਹਕੂਮਤ ਦਿੱਲੀ ਦੇ ਤਖਤ 'ਤੇ ਬੈਠੀ ਹੋਵੇ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕਰਨ ਦਾ, ਔਰ ਤੱਤੀ ਰੇਤ ਸੀਸ 'ਤੇ ਪਾ ਕੇ ਅਸਹਿ ਤੇ ਕਹਿ ਕੱਟ ਦੇ ਕੇ ਸ਼ਹੀਦ ਕਰ ਰਹੀ ਹੋਵੇ, ਤੇ ਉਸ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ, ਏਸ਼ੀਆ ਮਹਾਦੀਪ ਦੀ ਮਹਾਨ ਪਾਕ ਪਵਿੱਤਰ ਆਤਮਾ ਸੂਫੀ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਬਾਅਦ ਦੇ ਜੋ ਕਵੀ ਸਨ ਉਹਨਾਂ ਨੂੰ ਇਹ ਕਹਿਣ ਦਾ ਮੌਕਾ ਦੇ ਦਿੱਤਾ ਕਿ ਹਰਮੰਦਰ ਕੀ ਈਂਟ ਦੇ ਰਹੀ ਹੈ ਗਵਾਹੀ ਕਵੀ ਅਹਿਲੇ ਮਜ਼ਨ ਮੈਂ ਦੋਸਤੀ ਮੁਸਕਾਈ ਥੀ। ਜ਼ਫਰ ਅਲੀ ਜਫਰ ਜੀ ਨੇ ਇਹ ਬਚਨ ਆਖ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਈਂ ਮੀਆਂ ਮੀਰ ਜੀ ਦੀ ਦੋਸਤੀ ਦਾ ਜ਼ਿਕਰ ਕੀਤਾ ਸੀ। ਬਹੁਤ ਇਤਿਹਾਸ ਲੰਬਾ ਹੈ, ਪਰ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਦੀ ਦੇਣ ਵੀ ਬਹੁਤ ਵੱਡੀ ਹੈ। ਸਾਨੂੰ ਉਹਨਾਂ ਨੇ ਮਾਨਵਤਾ ਦੀ ਸੇਵਾ ਕਿਵੇਂ ਕਰਨੀ ਹੈ, ਕੀ ਮਹੱਤਤਾ ਹੈ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਜੇ ਉਸ ਖੁਦਾ ਅੱਲਾਹ ਤਾਲਾ ਵਾਹਿਗੁਰੂ ਦੀ ਦਰਗਾਹ 'ਤੇ ਪ੍ਰਵਾਨ ਹੋਣਾ ਚਾਹੁੰਦੇ ਹੋ ਤਾਂ ਇੱਕ ਗੱਲ ਚੇਤਾ ਰੱਖੋ ਕਿ ਚੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀਂ। ਵੀ ਮਨੁੱਖਤਾ ਦੀ ਸੇਵਾ ਕਰਨੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੇਵਾ ਦਾ ਢੰਗ ਵੀ ਸਾਨੂੰ ਦੱਸਿਆ। ਉਹ ਸੇਵਾ 3 ਕਿਸਮ ਦੀ ਸੇਵਾ ਗੁਰੂ ਅਰਜਨ ਦੇਵ ਜੀ ਨੇ ਕਹੀ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਪਰ ਉਹਦਾ ਰੂਪ ਨਾ ਰੇਖ ਨਾ ਰੰਗ ਕਿਛ, ਫਿਰ ਨਾਮ ਕਿਵੇਂ ਜਪੀਏ। ਗੁਰੂ ਅਰਜਨ ਦੇਵ ਜੀ ਨੇ ਹੁਕਮ ਕੀਤਾ ਸੀ ਜੇ ਪਰਮਾਤਮਾ ਦੀ ਸੇਵਾ ਕਰਨੀ ਤਾਂ ਹਰ ਕੀ ਟਹਿਲ ਕਮਾਵਨੀ, ਜਪੀਏ ਪ੍ਰਭ ਕਾ ਨਾਮ, ਸਵਾਸ ਸਵਾਸ ਊਠਤ ਬੈਠ ਸੋਬਤ ਧਿਆਈਏ, ਮਨ ਬਚ ਕਰਮ ਪ੍ਰਭ ਆਪਣਾ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਮਨ ਕਰਕੇ ਕਰਮਾ ਕਰਕੇ ਬਚਨ ਕਰਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ, ਉਹਨੂੰ ਯਾਦ ਰੱਖਣਾ। ਕੀ ਖਾਣਾ ਹੈ, ਖਾਣ ਵੇਲੇ ਗੁਰੂ ਯਾਦ ਆ ਜਾਵੇ, ਪਰਮੇਸ਼ਰ ਯਾਦ ਹੈ। ਕੀ ਪਹਿਨਣਾ ਹੈ, ਇਹ ਸਾਰਾ ਕੁਝ ਸੇਧ ਜੇ ਰੱਬ ਚੇਤੇ ਰਹੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰਮਾਤਮਾ ਦੀ ਸੇਵਾ ਹੋ ਰਹੀ ਹੈ। ਤੇ ਗੁਰੂ ਦੀ ਸੇਵਾ ਦੂਜੇ ਨੰਬਰ 'ਤੇ। ਪਰ ਗੁਰੂ ਦੀ ਸੇਵਾ ਕੀ ਹੈ? ਸੋਨਾ ਚੜ੍ਹਾ ਲੈਣਾ, ਪਾਲਕੀਆਂ ਬਣਾ ਲੈਣੀਆਂ, ਛਤਰ ਚੜ੍ਹਾ ਲੈਣੇ, ਲੰਗਰ ਲਗਾ ਲੈਣੇ, ਨਗਰ ਕੀਰਤਨ ਕੱਢ ਲੈਣੇ, ਸੇਵਾ ਦਾ ਇੱਕ ਹਿੱਸਾ। ਪਰ ਅਸਲੀ ਸੇਵਾ ਕੀ ਹੈ? ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਵੀ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨਣਾ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪੂਰਨ ਸੇਵਾ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਗ੍ਰੰਥ ਸਾਹਿਬ ਦੀ ਇਹ ਸੇਵਾ। ਔਰ ਤੀਜੇ ਨੰਬਰ 'ਤੇ ਮਾਨਵਤਾ ਦੀ ਸੇਵਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਆਨੰਦ ਸਿੱਖ ਭਾਈ ਬੁੱਧੂ ਸ਼ਾਹ ਜਿਨ੍ਹਾਂ ਦਾ ਆਵਾ ਖੋਲ੍ਹਣਾ ਸੀ, ਇੱਟਾਂ ਦਾ ਆਵਾ, ਗੁਰੂ ਅਰਜਨ ਦੇਵ ਜੀ ਨੂੰ ਗ੍ਰਹਿ ਵਿਖੇ ਬੁਲਾਇਆ। ਪਰ ਉਹਨਾਂ ਦੇ ਅਧਿਕਾਰੀਆਂ ਨੇ, ਉਹਨਾਂ ਦੇ ਕਰਮਚਾਰੀਆਂ ਨੇ ਇੱਕ ਗਰੀਬ ਭਾਈ ਕਮਲੀਆ ਜੀ ਨੂੰ ਟੱਪਣ ਹੀ ਨਹੀਂ ਦਿੱਤਾ, ਕਿਉਂਕਿ ਉਹਦੇ ਮੈਲੇ ਕੱਪੜੇ ਸਨ। ਜਦੋਂ ਅਰਦਾਸ ਕੀਤੀ
भाई गुरदास जी ने कि सच्चे पातशाह भाई बुद्धू की ख्वाहिश है कि ਇਹਦਾ आवा पक्का निकले। बाहरों आवाज़ आई आवा कच्चा आवा कच्चा आवा कच्चा। और वाकई ही जो बाद में आवा खोलिया गया तो इट्टां कच्चियां निकलियां। हैरान होकर पूछा सच्चे पातशाह तुहाडे साक्षात दर्शन हो रहे होण, तुहाडे शरीर की सेवा तुहाडी संगत की सेवा कर रहा होवां, अरदास तुहाडे चरणों में कीती हुई तो फिर आवा कच्चा क्यों निकलिया। गुरु पातशाह कहन लगे कि गल चेता रखनी भाई बुद्धू शाह जी, मेरी बांधी भगत छड़ावे बांधे भगत ना छूटे मोए। एक समय मुक्को क्या बांधे तो फिर मुख पे जवाब ना होए। भी जे किते परमात्मा जी कहते ने गुरु साहिबान की रसना ते बह के भगत जी दे कि जे मेरे भगत किसी नूं बंध देण रुकावट पा देण तो मेरे च ये ताकत नहीं है कि मैं उन्होंने छुड़ा सकां। पर जे भगत सिफारिश कर देवे तो परमात्मा भगत नूं पहल दिंदा है। निमाणे नूं निताणे नूं मजलूम नूं मासूम नूं तुसीं अरदास तां कीती लंगर लाया, पर भाई कमलीया जी के कपड़े देख के उन्होंने अंदर ही नहीं वड़न दिता। इसलिए जां तां लंगर लाओ ही ना, तो जे लंगर लाना है तो किसी नाल वितकरा ना करो। जो भाई नंद लाल जी ने कहा सी ते भाई कन्हैया जी ने कमाया कि रूह दर हर जिस्म गुरु गोबिंद सिंह, नूर दर हर चश्म गुरु गोबिंद सिंह। सच्चे पातशाह ने कहा तीन किस्म की सेवा, मानवता की सेवा। वाकई कहा ही नहीं, प्रैक्टिकल रूप के 1595 तो लैके 1598 के लाहौर के काल पै गया। अज वर्गा करोना बीमारी के नाल गुरु पंथ दीयां जथेबंदियां दा, श्रोमणी गुरुद्वारा प्रबंधक कमेटी, दिल्ली गुरुद्वारा प्रबंधक कमेटी, खालसा एड वर्गियां जथेबंदियां दा मैं इस गल लई तह दिलों धन्नवाद करदा हां कि गुरु पंथ दे हर वछर ने कोशिश की है। पर एक अफसोस वाली गल सामने आ रही कि कुछ गुरुद्वारा प्रबंधक कमेटियां ने अपने ग्रंथी ਸਿੰਘਾਂ की छुट्टी कर दी। उन्होंने बेचारियां नूं अचनचेत ही कढ़ दिता है कि जाओ साडी आमदन बंद हो गई। मैं समझदा हाँ ये साडी अणगहली है। जे किते भाई लालो का प्रबंध हुंदा तो उन्होंने पता होना सी कि गरीबी की हुंदी है। गुरु अर्जन देव जी महाराज ने दरबार साहब श्री तरन ताਰਨ, करतारपुर, श्री हरगोबिंदपुर, श्री दरबार साहब अमृतसर की कार सेवा बंद करवाती। कह दिता अपना दसवंध लैके लाहौर के पहुँच जाओ। नूर उल हक अते इतिहासकार ये लिखता है कि लाहौर के गलियां बाजार मुरदियां नाल भरे पे सन। जिदा अज 21वीं सदी के विच सके संतान अपने माँ प्यो दीयां लाशां छड्ड के भज रही है। लाहौर के गलियां बाजार कूचे मुरदियां नाल भरे पे सी। गुरु अर्जन पातशाह जी आप गए, अपने मोढियां ते लाशां चुक चुक के उन्होंने अंतिम संस्कार करते रहे। गोवा तो आए हुए ईसाई मिशनरियां नूं अपने हैडकुआटर चिट्ठी लिखनी पई कि गुरु अर्जन देव जी की सेवा के सामने साड़ी सेवा तुच्छ है, असी वापस आ रहे हाँ। गुरु पातशाह ने सारी कार सेवावां बंद करके उस वेले सारा पैसा दसवंध का और लाहौर के विच संगतां दे लई खर्चिया। तो जदों अकबर ने भी खुश होके जिवें अज अमरीका का प्रधानमंत्री कहता है कि जे दुनिया दे विच भुखियां दे लई लंगर लाने ने तां हर संसार के हर शहर, हर नगर, हर पिंड दे विच एक गुरुद्वारा सिखां दा खोल देना चाहिए है। उस वेले अकबर ने भी आके, जहांगीर ने भी धन्नवाद किया सी गुरु अर्जन पातशाह का, अपने केंद्रीय फंड चों केवल 40,000 रुपया दिता सी। तो गुरु अर्जन देव जी की सेवा देख के अकबर आके बेनती की, सच्चे पातशाह तुहाडी सेवा लाल मिसाल, मेरे लिए हुक्म करो। गुरु अर्जन पातशाह ने कहा सी काल पै गया पंजाब दे विच, किसानां दा जिहड़ा है टैक्स वो मुआफ कर दिओ। अज सिख संगतां नूं मैं अपील करदा हाँ, गुरु पातशाह ने अपनी जोत गुरु पंथ दे विच टिकाई सी। अज फजूल खर्चे सारे बंद कर दिओ। एक पासे किसान आत्म हत्यावां कर रहे ने, नौजवान भुख दे नाल नशियां विच पै चुके ने, और दूजे पासे करोना नां दी बीमारी ने सारे संसार की आर्थिक हालत नूं बुरी तरह प्रभावित किया है। तो अज 40-40 लाख का सोना ਜਾਂ सोने के छत्र शायद गुरु अर्जन देव जी प्रवान ना करन।
ਅੱਜ ਲੋੜ ਹੈ ਕਿ ਗੁਰੂ ਕੀ ਗੋਲਕ ਦੇ ਮੂੰਹ ਲੋੜਵੰਦਾਂ ਵੱਲ ਖੋਲ ਦੇਣ। ਪਰ ਸਾਧ ਸੰਗਤ ਇੱਕ ਮੈਂ ਬੇਨਤੀ ਜ਼ਰੂਰ ਕਰਨੀ ਹੈ। ਮੈਨੂੰ ਕਿਸੇ ਨੇ ਸਵਾਲ ਕੀਤਾ ਸੀ, ਨੌਜਵਾਨ ਨੇ, ਕਿ ਤੁਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਬਾਅਦ 'ਚ ਕਹਿੰਦੇ ਹੋ, ਪਹਿਲਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਹਿਤ, ਖਾਲਸੇ ਦਾ ਭਲਾ ਪਹਿਲਾਂ ਮੰਗਦੇ ਹੋ। ਮੈਂ ਉਹਨੂੰ ਜਵਾਬ ਦਿੱਤਾ ਸੀ ਕਿ ਸਾਰੀ ਦੁਨੀਆ ਦੀਆਂ ਫੌਜਾਂ ਇਸ ਵੇਲੇ ਦੇਸ਼ਾਂ ਦੇ ਵਿੱਚ ਭੁੱਖਮਰੀ ਪਈ ਹੋਈ ਹੈ, ਬੇਰੁਜ਼ਗਾਰੀ ਨੇ ਲੱਕ ਤੋੜੇ ਹੋਏ ਨੇ, ਲੋਕਾਂ ਦੇ ਕਾਰੋਬਾਰ ਬੰਦ ਨੇ, ਸਾਡੇ ਦੇਸ਼ ਵੀ ਇਹੀ ਹਾਲ ਹੈ। ਪਰ ਪੈਸਾ ਸਾਰੇ ਦਾ ਸਾਰਾ ਜਿਹੜਾ ਉਹ ਫੌਜਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ, ਕਿਉਂਕਿ ਜੇ ਫੌਜ ਤਕੜੀ ਰਹੇਗੀ, ਜੇ ਹੋਂਦ ਰਹੇਗੀ ਦੇਸ਼ ਦੀ, ਤਾਂ ਉਹ ਗਰੀਬੀ ਵੀ ਬਾਅਦ ਵਿੱਚ ਸੰਭਾਲ ਲੈਣਗੇ। ਇਹ ਲਈ ਫੌਜਾਂ ਨੂੰ ਪਹਿਲ ਦੇ ਕੇ ਫੌਜਾਂ 'ਤੇ ਖਰਚਾ ਕੀਤਾ ਜਾ ਰਿਹਾ। ਜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ, ਫਿਰ ਖਾਲਸਾ ਫੌਜ ਦੀ ਪਹਿਲਾਂ ਸੰਭਾਲ ਕਰਨੀ ਪਵੇਗੀ। ਇਸ ਲਈ ਪਹਿਲਾਂ ਅਰਦਾਸ ਦੇ ਵਿੱਚ ਰੋਜ਼ਾਨਾ ਮੰਗਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਹਾ। ਮੈਂ ਬੇਨਤੀ ਕਰਾਂਗਾ ਉਹਨਾਂ ਨਲਾਇਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਨੂੰ, ਜਿਨ੍ਹਾਂ ਨੇ ਰਾਗੀਆਂ ਨੂੰ, ਜਿਨ੍ਹਾਂ ਨੇ ਆਪਣੀਆਂ ਫੋਟੋਆਂ ਖਿਚਾਉਣ ਵਾਸਤੇ ਤਾਂ ਲੋਕਾਂ ਕੋਲੋਂ ਜਾਂ ਗੁਰੂ ਕੀ ਗੋਲਕ ਵਿੱਚੋਂ ਉਹ ਜਾ ਕੇ ਉਹਨਾਂ ਲੋੜਵੰਦਾਂ ਦੇ, ਜਿਨ੍ਹਾਂ ਦੇ ਪਹਿਲਾਂ ਹੀ ਭਰੀਆਂ ਪਈਆਂ ਨੇ ਝੁੰਗੀਆਂ, ਫਿਰ ਮੰਗੀ ਜਾ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨਾਲ ਵਿਤਕਰਾ ਕੀਤਾ ਜਾਵੇ, ਪਰ ਵਿਤਕਰਾ ਨਹੀਂ ਹੋਣਾ ਚਾਹੀਦਾ। ਪਰ ਪਹਿਲਾਂ ਖਾਲਸਾ ਫੌਜ ਵੀ ਤਕੜੀ ਹੋਣੀ ਚਾਹੀਦੀ, ਪਹਿਲਾਂ ਆਪਣੇ ਭਾਈਚਾਰੇ ਨੂੰ ਵੀ ਸੰਭਾਲ ਲਈਏ। ਐਸੀ ਮਹਾਨ ਸਿੱਖਿਆ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਪਾਵਨ ਸਿੱਖਿਆ ਜਿਹੜੀ ਹੈ, ਉਹਨੂੰ ਜੀਵਨ ਦਾ ਆਧਾਰ ਬਣਾ ਕੇ ਹੀ ਸਾਡੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਦੇ ਨੇ। ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਮੈਂ ਅੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਇਹੀ ਅਰਦਾਸ ਕਰਾਂਗਾ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰ ਨਾ ਸਾਕੋਂ, ਤੂੰ ਠਾਕੁਰ ਉੱਚ ਭਗਵਾਨਾ। ਇਤਿਹਾਸ ਵਿਸ਼ਾਲ ਹੈ, ਉਹਨਾਂ ਦੀ ਸਿੱਖਿਆ ਬੜੀ ਕਮਾਲ ਦੀ ਹੈ। ਕੀ ਖਾਣਾ ਹੈ, ਕੀ ਪਹਿਨਣਾ ਹੈ, ਕਦੋਂ ਖਾਣਾ ਹੈ, ਕਿਵੇਂ ਖਾਣਾ ਹੈ, ਕਿਵੇਂ ਨਸ਼ਿਆਂ ਤੋਂ ਬਚਣਾ ਹੈ। ਆਓ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹਸਨ, ਭੁੱਲ ਗਲਤੀ ਲੇਖਿਮਾ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।